ਸਾਡੇ ਉਹ ਮਰਾਸੀ किस्म ਦੇ ਲੋਕ ਜਿਹੜੇ ਆ, ਜਿਹੜੇ ਸਿਰਫ ਰੁੱਖੇ, ਜਿਨ੍ਹਾਂ ਦੀ ਨਿਗਾਹ ਹਰ ਵੇਲੇ ਪੈਸੇ ਦੇ ਉੱਤੇ ਆ ਕਿ ਸਾਨੂੰ ਵੱਧ ਤੋਂ ਵੱਧ ਕਿੱਦਾਂ ਮਿਲੇ। ਗੁਰਬਾਣੀ ਦੇ ਵਿੱਚ ਸ਼ਬਦ ਆਉਂਦਾ ਨਾ, ਇੱਲ ਦੇ ਬਾਰੇ ਕਹਿੰਦੇ ਆ, ਕਹਿੰਦੇ ਭਈ ਉਹ 7ਵੇਂ ਅਸਮਾਨ ਤੱਕ ਚਲੀ ਜਾਂਦੀ ਉੱਡ ਕੇ, ਪਰ ਨਿਗਾਹ ਹੈ ਜਿਹੜੀ ਉਹਦੀ, ਉਹ ਮ੍ਰਿਤਕ ਦੇ ਉੱਤੇ ਹੁੰਦੀ ਹੈ। ਕੋ ਪਸ਼ੂ ਕਿੱਥੇ ਦਿਸ ਜਾਏ, ਅਸਮਾਨ ਨੂੰ ਗਾਉਂਦੀ ਗਾਉਂਦੀ ਵੀ ਉੱਤੇ ਏਦਾਂ 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 ਡਿੱਗਦੀ ਆ। ਨਾਲੇ ਉਹ ਕਦੇ ਕੋਈ ਸਾਡੀ ਕੌਮ ਦੇ ਅੰਦਰ ਜਿਹੜੇ ਸਾਡੇ ਆਗੂ ਆ, ਉਹਨਾਂ ਦੇ ਪੋਲੀਟੀਕਲ ਜਿਹੜੇ ਆਗੂ ਆ, ਉਹਨਾਂ ਦੀ ਤਾਂ ਗੱਲ ਵੱਖਰੀ ਆ। ਕੋਈ ਬੰਦਾ ਇਹ ਨਾ ਕਹੇ ਵੀ ਦੇਖੋ ਜੀ ਪੋਲੀਟੀਕਲ ਆਗੂ ਸਾਰੇ ਕਰਦੇ ਇਦਾਂ, ਜੋ ਮੈਂ ਕਹਿਣ ਲੱਗਾ ਵੀ ਕਦੇ ਕਿਸੇ ਪ੍ਰਚਾਰਕ ਨੂੰ, ਰਾਗੀ ਨੂੰ, ਢਾਡੀ ਨੂੰ ਪਰਸੈਂਟੇਜ ਕੱਢਿਓ ਉਹਦੇ ਚ। ਜਗਾਦਰੀ ਨੇ ਆਪਣਾ ਮੁੰਡਾ ਲਾਇਆ ਆ, ਕਿਸੇ ਕਿਸੇ ਨੇ, ਬਿਰਲੇ ਨੇ, ਕੋਈ 1% ਤਾਂ ਮੈਂ ਨਹੀਂ ਕਹਿ ਸਕਦਾ, ਜਾਣੀ ਤਾਂ 0.01 ਕਿਤੇ ਨਿਕਲ ਸਕਦੇ ਆ। ਕਦੇ ਕਿਸੇ ਪ੍ਰਚਾਰਕ ਨੇ, ਕਥਾਕਾਰ ਨੇ, ਰਾਗੀ ਢਾਡੀ ਨੇ ਆਪ ਆਪਣੇ ਬੱਚਿਆਂ ਨੂੰ ਇਸ ਰਾਹੇ ਲਾਇਆ। ਜਦੋਂ ਦੂਜਿਆਂ ਦੀਆਂ ਸਿਫਤਾਂ ਕਰਦੇ ਆ, ਇਹ ਗੱਲ ਨਾ ਸ਼ੁਰੂ ਚ 88-99 ਦੀ ਗੱਲ ਆ, ਜਦੋਂ ਅਸੀਂ ਇੱਥੇ ਆਏ ਆ ਤੇ ਉਦੋਂ ਖੜਕੂਵਾਦ ਦਾ ਦੌਰ ਸੀ। ਜਿਹੜੇ ਲੋਕ ਉਹਨਾਂ ਦਿਨਾਂ 'ਚ ਸ਼ੈਤਾਨ ਲੋਕ, ਜਿਹੜੇ ਗਦਾਰ ਲੋਕ, ਜਿਹੜੇ ਕੌਮਾਂ ਦੇ ਸੰਘਰਸ਼ਾਂ 'ਚੋਂ ਹਮੇਸ਼ਾ ਲਾਹਾ ਲੈਣ ਲਈ ਕਾਹਲੇ ਹੁੰਦੇ, ਜਿਹੜੇ ਸ਼ਾਇਦ ਉਸ ਲਹਿਰ ਦੇ ਨਾਲ ਵੀ ਇਸ ਕਰਕੇ ਜੁੜੇ ਹੋਣ ਪੇ ਚਲੋ ਜੀ ਏਦਾਂ ਰਾਜ ਆਊਗਾ ਤਾਂ ਮਨਿਸਟਰੀਆਂ ਲਵਾਂਗੇ, ਉਹ ਜਦੋਂ ਮਾੜਾ ਜਿਹਾ ਝਟਕਾ ਲੱਗਾ ਫਟਾਫਟ ਬਾਹਰਲੇ ਮੁਲਕਾਂ 'ਚ ਆ ਕੇ ਬਹਿ ਗਏ। ਉਹਨਾਂ ਨੇ ਇੱਥੇ ਆਪਣੇ ਪਰਿਵਾਰਾਂ ਨੂੰ, ਰਿਸ਼ਤੇਦਾਰਾਂ ਨੂੰ ਸੱਦਣ ਲਈ, ਜਿਹਦੇ ਘਰ 'ਚ ਜਵਾਨ ਕੁੜੀ ਜਾਂ ਜਵਾਨ ਮੁੰਡਾ ਦੇਖਣਾ ਨਾ, ਜਾ ਕੇ ਡੇਰਾ ਲਾ ਲੈਣਾ। ਅਮਰੀਕਾ, ਕੈਨੇਡਾ, ਸਾਰਿਆਂ ਨੂੰ ਤੁਹਾਨੂੰ ਪਤਾ। ਖੜਕੂ ਪਰਿਵਾਰਾਂ ਦੇ ਨਾਂ ਦੇ ਉੱਤੇ, ਸ਼ਹੀਦਾਂ ਦੇ ਪਰਿਵਾਰਾਂ ਦੇ ਨਾਂ ਦੇ ਉੱਤੇ, ਜੇ ਕਿਤੇ ਜਿਨ੍ਹਾਂ ਦੇ ਕਿਤੇ ਪਰਿਵਾਰਾਂ ਦੇ ਮੈਂਬਰ ਆ ਗਏ, ਉਦੋਂ ਤਾਂ ਮੌਜ ਹੀ ਲੱਗ ਗਈ। ਜਿਹਦੇ ਘਰ ਜਵਾਨ ਬੱਚਾ ਦੇਖਿਆ ਤਾਂ ਉਹਦੇ ਜਾ ਕੇ ਵੀ ਦੇਖੋ ਜੀ ਵੀ ਫਲਾਨਾ ਪਰਿਵਾਰ ਆ ਹਨਾ, ਉੱਥੇ ਲੜਕੀ ਆ ਉਹਨਾਂ ਦੀ, ਘਰ ਦੇ ਇੰਨੇ ਸ਼ਹੀਦ ਹੋ ਗਏ ਆ ਤੇ ਉਹਨੂੰ ਸੱਦਣਾ ਆ ਫਟਾਫਟ। ਹੁਣ ਆਪ ਉਦੋਂ ਕੱਲੇ ਸੀ ਜਾਂ ਨਵੇਂ ਵਿਆਹੇ ਹੋਏ ਸੀ, ਉਹ ਬਾਅਦ ਚ 10 ਸਾਲ ਬੀਤ ਗਏ ਤੇ ਆਪ ਜਿਨ੍ਹਾਂ ਦੇ ਬੱਚੇ ਛੋਟੇ ਸੀ ਉਹ ਵਿਆਹਣੇ ਵਾਲੇ ਹੋ ਗਏ, 18, 15, 16 ਸਾਲ ਦੇ ਹੋ ਗਏ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਹਾਡੇ ਨਿਆਣੇ ਹੁਣ ਵਿਆਹਣੇ ਵਾਲੇ ਹੋ ਗਏ, ਹੁਣ ਕਿਸੇ ਖੜਕੂ ਪਰਿਵਾਰ ਦੀ ਦੱਸ ਪਾਈਏ ਤੁਹਾਨੂੰ, ਹੁਣ ਸ਼ਹੀਦਾਂ ਦੇ ਪਰਿਵਾਰ ਬਾਰੇ ਦੱਸੀਏ, ਆਪਣੀ ਕੁੜੀ ਵਿਆਹ ਦੋਗੇ? ਉਹਨਾਂ ਨੂੰ ਕਥਾਕਾਰ ਧੁੰਦੇ, ਉਹਨਾਂ ਨੂੰ ਪੁੱਛੋ ਵੀ ਕੁੜੀਆਂ ਦਾ ਕਾਲਜ ਚੱਲਦਾ, ਕਥਾਕਾਰ, ਉੱਥੇ ਤੁਹਾਡੀ ਭੈਣ, ਤੁਹਾਡੀ ਪਤਨੀ, ਤੁਹਾਡੀ ਬੱਚੀ, ਤੁਹਾਡੀ ਧੀ, ਉਹ ਵੀ ਹੈ ਕੋਈ? ਸਾਡਾ ਕੰਸਰਨ ਇਸ ਚੀਜ਼ ਨਾਲ ਨਹੀਂ ਹੈ ਕਿ ਉਹ ਕੀ ਕਰਦੇ ਹੋ, ਹੈ ਕਿ ਨਹੀਂ ਹੈ। ਸਾਡਾ ਕੰਸਰਨ ਆ ਗੁਰੂ ਗ੍ਰੰਥ ਸਾਹਿਬ ਨਾਲ। ਇਹ ਲੋਕ ਕਬਜ਼ਾ ਕਰਕੇ ਬੈਠੇ ਉਸ ਵਿਚਾਰਧਾਰਾ ਦੇ ਉੱਤੇ, ਦੂਜੇ ਦੇ ਗਰਵਾਨ ਨੂੰ ਪੈਂਦੇ ਆ, ਤੂੰ ਗੱਲ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੀ, ਅਸੀਂ ਅਰਥ ਪੜ੍ਹੇ ਹੋਏ ਆ। ਜਿਹੜੀ ਜ਼ਰੂਰਤ ਨੂੰ ਮੁੱਖ ਰੱਖ ਕੇ ਸ਼ਾਇਦ ਸਿੱਖ ਧਰਮ ਦੀ ਨਹੀਂ ਰੱਖੀ ਗਈ ਸੀ, ਜੋ ਕੁਛ ਆਲੇ ਦੁਆਲੇ ਹੋ ਰਿਹਾ ਸੀ, ਜਿੱਥੇ ਗੁਰੂ ਸਾਹਿਬ ਕਹਿੰਦੇ ਆ ਹਿੰਦੂ, ਤੁਰਕ, ਜੋਗੀ, ਜਿੰਨੇ ਧਰਮ ਦੇ ਆਗੂ ਆ, ਜਦੋਂ ਬੁੱਧੀਆਂ ਦੀ ਗੱਲ ਕਰਦੇ, ਜਦੋਂ ਜੈਨੀਆਂ ਦੀ ਗੱਲ ਕਰਦੇ ਆ, ਸਾਰੇ ਕਰਮਕਾਂਡ ਪਖੰਡ ਦੇ ਵਿੱਚ ਵੀ ਹੋ। ਸਾਰਾ ਮਸਲਾ ਰੋਟੀ ਦਾ ਹੈ, ਰੋਜੀ ਦਾ ਹੈ। ਉਹਨਾਂ ਸਾਰਿਆਂ ਦੀ ਗੱਲ ਕਰਕੇ ਸਿੱਖ ਨੂੰ ਜਦੋਂ ਸਮਝਾਇਆ ਹੋਊਗਾ, ਜਿਹੜਾ ਕਾਜੀ ਆ, ਭਾਈ ਜੱਜ ਆ ਉਸ ਵੇਲੇ ਦਾ, ਬਾਦਸ਼ਾਹ ਆਪਣੀ ਗੱਲ ਕਹਾਉਣ ਲਈ ਬੁਖਾਰ ਅੱਜ ਵੀ ਸਾਨੂੰ ਇਹੀ ਚੜਿਆ ਆ। ਅਸੀਂ ਰੌਲਾ ਪਾਉਂਦੇ ਆ ਮੁਗਲਾਂ ਦਾ, ਉਹਨਾਂ ਦੇ ਰਾਜ ਦਾ, ਤੇ ਸਾਹਿਬਜ਼ਾਦਿਆਂ ਨੂੰ ਸੂਬੇ ਨੇ ਆਪਣੀ ਮਰਜ਼ੀ ਦੇ ਨਾਲ
ਜਿਹੜੀ ਇੱਛਾ ਸੀ ਉਹਦੀ, ਜਿਹੜੀ ਚਾਹਤ ਸੀ, ਜੋ ਕਰਾਉਣਾ ਚਾਹੁੰਦਾ ਸੀ, ਜਿਨ੍ਹਾਂ ਨੂੰ ਖਤਮ ਕਰ ਸਕਦਾ ਸੀ, ਜਿਨ੍ਹਾਂ ਨੂੰ ਮਾਰ ਸਕਦਾ ਜਾਨੂ, ਉਹਨੂੰ ਫੌਜ ਭੇਜ ਕੇ ਮਾਰਿਆ ਆ। ਜਿਨ੍ਹਾਂ ਨੂੰ ਕਰ ਨਹੀਂ ਸਕਦਾ ਇਹ, ਉਹਨਾਂ ਨੂੰ ਇਸ ਧਰਮਕ ਤਰੀਕੇ ਦੇ ਨਾਲ ਸਭਾ ਦੇ ਵਿੱਚ ਬਿਠਾਲ ਕੇ ਸਜ਼ਾ ਦਿਵਾਉਣ ਦੇ ਲਈ ਕਾਜੀ ਪਾਲੇ ਹੋਏ। ਅਸੀਂ ਉਹਨਾਂ ਨੂੰ ਗਲਤ ਕਹਿੰਦੇ ਹਾਂ। ਅੱਜ ਸਾਡੇ ਤਖਤਾਂ ਤੇ ਜੇ ਸਿੱਖਾਂ ਦਾ ਬਸ ਚੱਲੇ ਨਾ ਤਾਂ ਸ਼ੁਕਰ ਆ ਵੀ ਅਸੀਂ ਇਹਨਾਂ ਮੁਲਕਾਂ 'ਚ ਬੈਠੇ ਆ ਜਿਹੜੇ ਦੇਸ਼ ਦੀਆਂ ਤਰੱਕੀਆਂ ਨੂੰ ਲੈ ਕੇ ਬੈਠੇ ਆ। ਜੇ ਸਿੱਖਾਂ ਦਾ ਬਸ ਚੱਲੇ ਤੇ ਇਹਨਾਂ ਮੁਲਕਾਂ ਦੇ ਵਿੱਚ ਵੀ ਜਿਹੜੇ ਜੱਜ ਆ, ਜਿਹੜੀ ਪੁਲਿਸ ਆ, ਜਿਹੜੇ ਮਿਨਿਸਟਰ ਆ, ਉਹਨਾਂ ਨੂੰ ਇਸੇ ਤਰੀਕੇ ਨਾਲ, ਜੇ ਸਾਡਾ ਰਾਜ ਆ ਜਾਏ, ਅਸੀਂ ਇੱਥੇ ਵੀ ਇਦਾਂ ਹੀ ਵਰਤੀਏ। ਜਿਹਨੂੰ ਅਸੀਂ ਕਹਿੰਦੇ ਆ ਵੀ ਮੁਗਲ ਬਾਦਸ਼ਾਹ ਜ਼ਾਲਮ ਸੀ, ਉਹ ਕਾਜ਼ੀਆਂ ਤੋਂ ਫਤਵੇ ਦਵਾ ਰਹੇ ਸੀ ਆਪਣੀ ਮਨਮਰਜ਼ੀ ਦੇ, ਜਿੱਦਾਂ ਜਹਾਂਗੀਰ ਨੇ ਪੰਜਵੇਂ ਪਾਤਸ਼ਾਹ ਨੂੰ ਦਵਾਇਆ, ਜਿੱਦਾਂ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਨੂੰ ਦਵਾਇਆ, ਜਿੱਦਾਂ ਸੂਬਾ ਸਰਹੰਦ ਨੇ ਸਾਹਿਬਜ਼ਾਦਿਆਂ ਨੂੰ ਦਵਾਇਆ। ਪੰਜਵੇਂ ਪਾਤਸ਼ਾਹ ਦੇ ਵੇਲੇ ਚੌਥੇ ਪਹਿਲੀ ਪਾਤਸ਼ਾਹੀ ਤੋਂ ਹੀ ਉਹ ਰੰਗ ਜਿਹੜਾ ਆ ਉਹ ਦਿਸ ਰਿਹਾ। ਜਿਹੜੀ ਗੱਲ ਗੁਰੂ ਸਾਹਿਬ, ਜਿਹੜੀ ਗੱਲ ਭਗਤਾਂ ਨੇ ਕੀਤੀ ਆ, ਜਿਸ ਕਾਰਨ ਨੂੰ ਮੁੱਖ ਰੱਖ ਕੇ ਗੁਰੂ ਸਾਹਿਬ ਉਹ ਬਾਣੀ ਇਕੱਠੀ ਕਰਕੇ ਸਾਰਾ ਕੁਝ ਜਿੱਧਰ ਨੂੰ ਲੈ ਕੇ ਜਾ ਰਹੇ ਆ, ਉਹਦਾ ਕਾਰਨ ਇਹ ਆ ਵੀ ਧਰਮ ਦੇ ਨਾਂ ਦੇ ਉੱਤੇ ਧੰਦਾ ਕੀਤਾ ਜਾ ਰਿਹਾ। ਧਰਮ ਦੇ ਅਰਥ ਸਿਰਫ ਤੇ ਸਿਰਫ ਸਮਾਜ ਦਾ ਵਿਕਾਸ ਹੈ। ਸਾਡੀ ਪਰਸਨੈਲਿਟੀ ਦੀ ਡਿਵੈਲਪਮੈਂਟ ਦੀ ਗੱਲ ਹੈ ਬਸ। ਜੇ ਉਹ ਨਹੀਂ ਹੈਗੀ ਤੇ ਉਹਦੇ ਕੋਈ ਅਰਥ ਨਹੀਂ। ਫਿਰ ਤਾਂ ਰੋਟੀ ਪਾਣੀ ਹੋ ਰਿਹਾ ਹੈ। ਨਹੀਂ ਤਾਂ ਦੇਖੋ ਅੱਜ ਰੋਟੀ ਪਾਣੀ ਹੀ ਚੱਲ ਰਿਹਾ ਹੈ, ਕਮੇਟੀਆਂ ਦਾ, ਪ੍ਰਚਾਰਕਾਂ ਦਾ, ਕਥਾਕਾਰਾਂ ਦਾ, ਰਾਗੀਆਂ ਦਾ, ਜਾਣੇ ਵਾਲੇ ਲੋਕਾਂ ਨੂੰ ਰੌਣਕ ਮੇਲਾ ਮਿਲ ਰਿਹਾ। ਜਿਹੜੀ ਕੌਮ ਜਿੱਥੋਂ ਧਰਮ, ਤੁਸੀਂ ਹਿੰਦੂ ਧਰਮ ਦੀ ਗੱਲ ਕਰਕੇ ਦੇਖੋ, ਉਹਨਾਂ ਦੀਆਂ ਫਿਲਮਾਂ ਅੱਜ ਤੋਂ 50 ਸਾਲ ਪੁਰਾਣੀਆਂ ਫਿਲਮਾਂ ਵੀ ਦੇਖ ਲਓ, 70 ਸਾਲ ਪੁਰਾਣੀਆਂ ਫਿਲਮਾਂ ਦੇਖ ਲਓ। ਜਦੋਂ ਉਹ ਕਿਸੇ ਬੱਚੇ ਦੇ ਵਿਆਹ ਸ਼ਾਦੀ ਵੇਲੇ ਪੰਡਤ ਆਉਂਦਾ ਆ, ਜਦੋਂ ਮਹੂਰਤ ਕਢਾਉਂਦੇ ਆ, ਸਾਰਿਆਂ ਦੇ ਸਾਹਮਣੇ ਸ਼ਰੇਆਮ ਏਦਾਂ 20 ਰੁਪਈਏ 10 ਰੁਪਈਏ ਉਹਦੀ ਜੇਬ 'ਚ ਪਾ ਕੇ ਘਰ ਦਾ ਇੱਕ ਮੈਂਬਰ ਕਹਿ ਦਿੰਦਾ ਵੀ ਆਹ ਮਹੂਰਤ ਕੱਢ ਦੇ। ਧਰਮ ਦਾ ਅੰਗ ਆ ਉਹਨਾਂ ਦੇ, ਐਡਾ ਜ਼ਰੂਰੀ ਆ, ਪਰ ਫਿਲਮ ਵਿੱਚ ਦਿਖਾਉਣ ਲੱਗੇ 1 ਮਿੰਟ ਨਹੀਂ ਲਾਉਂਦੇ। ਪੁਜਾਰੀ ਜਿਹੜਾ ਇਹ ਕਹਿੰਦਾ ਵੀ ਜੇ ਤੁਸੀਂ ਮੇਰੀ ਗੱਲ ਨਾ ਮੰਨੀ ਤੇ ਤੁਹਾਡੇ ਬੱਚੇ ਦਾ ਵਿਆਹਤਾ ਜੀਵਨ ਠੀਕ ਨਹੀਂ ਹੋਣਾ, ਆਹ ਟਾਈਮ ਆ, ਆਹ ਮਹੂਰਤ ਆ, ਇਹਦੇ ਵਿੱਚ ਹੀ ਤੁਹਾਨੂੰ ਵਿਆਹ ਕਰਨਾ ਪੈਣਾ ਆ। ਉਹ ਪੈਸੇ ਲੈ ਕੇ ਸਾਹਮਣੇ ਸਾਰਿਆਂ ਦੇ ਇੱਕਦਮ ਨਵੀਂ ਤਰੀਕ ਦੇ ਦਿੰਦਾ। ਜਦੋਂ ਕਹਿ ਰਿਹਾ ਹੁੰਦਾ ਵੀ ਇੰਨੇ ਘੰਟੇ ਤੋਂ ਬਾਅਦ, ਇੰਨੇ ਚਿਰ ਤੋਂ ਬਾਅਦ ਹੋਰ ਕੁਛ ਨਹੀਂ ਹੋ ਸਕਦਾ, ਜਦੋਂ ਅਗਲਾ ਜ਼ਿਆਦਾ ਪੈਸੇ ਰੱਖਦਾ ਆ, ਇੱਕਦਮ ਮੰਨ ਜਾ, ਆਪਣੀ ਅਗਲੀ ਅਪਾਇੰਟਮੈਂਟ ਕੈਂਸਲ ਕਰਕੇ ਮੰਨ ਰਿਹਾ ਕਿ ਸਾਡੇ ਚ ਜਿਗਰਾ ਹੈ ਦਿਖਾਉਣੇ ਦਾ। ਜਿਹੜੀ ਜਿੱਥੇ ਤੱਕ ਉਹ ਲੈ ਗਏ, ਜੋ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ, ਭਗਤ ਰਵਿਦਾਸ ਜੀ, ਸ਼ੇਖ ਫਰੀਦ ਜੀ, ਭਗਤ ਕਬੀਰ ਜੀ, ਉਹਨਾਂ ਦੇ ਬਾਬਤ ਦੇਖਿਆ, ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਿਆ, ਉਹਨਾਂ ਦੇ ਏਰੀਏ ਘੁੰਮ ਕੇ ਆਏ ਆ, ਉਹਨਾਂ ਦੀ ਪੁਜਾਰੀ ਦੇ ਨਾਲ ਲੜਾਈ ਨੂੰ ਦੇਖਿਆ ਧਿਆਨ ਨਾਲ, ਆਪ ਆਲੇ ਦੁਆਲੇ ਸਮਾਜ ਨੂੰ ਦੇਖਿਆ, ਉਹ ਪੀੜ੍ਹੀ ਦਰ ਪੀੜ੍ਹੀ ਚੱਲਿਆ। ਬੰਦਾ ਸਿੰਘ ਬਹਾਦਰ ਤੋਂ ਬਾਅਦ ਸਾਡੇ ਕੋਲੋਂ ਕਿਤੇ ਉਹ ਗੈਪ ਹੋ ਗਿਆ। ਬਹੁਤ ਵੱਡੀ ਦਰਾੜ ਪੈ ਗਈ ਉਹਦੇ ਵਿਚਾਲੇ। ਜਿਸ ਆਧਾਰ ਤੇ ਉਹ ਵਿਕਾਸ ਹੋ ਰਿਹਾ ਸੀ, ਜਿਸ ਪੱਧਰ ਤੇ ਉਹ ਵਿਕਾਸ ਹੋ ਰਿਹਾ ਸੀ, ਉਹ ਰਿਹਾ ਨਹੀਂ ਤਾਂ ਅੱਜ ਦੁਨੀਆ ਦੇ ਵਿੱਚ ਅਸੀਂ ਆਉਣਾ ਇੰਡੀਆ ਤੋਂ ਸੀ, ਪਰ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅਸੀਂ ਮੂਹਰਲੀ ਕਤਾਰ 'ਚ ਬੈਠੇ ਹੋਣਾ ਸੀ। ਫਿਰ ਸਾਡੇ ਕੋਲ ਆਪਣੀ ਸਟੇਟ ਨਹੀਂ ਸੀ, ਸਿੱਖਾਂ ਦੇ ਕੋਲ ਆਪਣਾ ਮੁਲਕ ਨਹੀਂ ਸੀ, ਆਪਣੀ ਪਛਾਣ ਦੱਸਣ ਲਈ ਸਾਡੇ ਕੋਲ ਆਪਣਾ ਕੋਈ ਪਾਸਪੋਰਟ ਨਹੀਂ ਹੈ।
ਅਸੀਂ ਕਿਸੇ ਹੋਰ ਸਟੇਟ ਦੇ ਸਿਲੇਬਸ ਨੂੰ ਪੜ੍ਹ ਕੇ ਆਏ ਹਾਂ। ਅਗਲੇ ਨੇ ਆਪਣੇ ਲਈ ਪੜ੍ਹਾਇਆ ਸਾਨੂੰ, ਪਰ ਆਹ ਕੁਛ ਜਿਹੜਾ ਹੈ ਨਾ, ਇਹ ਅਸੀਂ ਆਪਣੇ ਗੁਰਦੁਆਰੇ ਚੋਂ, ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਸਿੱਖ ਕੇ ਆਏ। ਸਰਕਾਰੀ ਸਕੂਲਾਂ ਦੇ ਵਿੱਚ 2-2, 5-5 ਕਲਾਸਾਂ ਪੜ੍ਹੇ ਹੋਏ ਗ੍ਰੰਥੀ, ਪ੍ਰਚਾਰਕ, ਰਾਗੀ, ਢਾਡੀ ਜਦੋਂ ਇਹਨਾਂ ਮੁਲਕਾਂ 'ਚ ਵੀਜ਼ਾ ਲੈ ਕੇ ਆਉਂਦੇ, ਜਦੋਂ ਇਸ ਸੋਚ ਪੱਖੋਂ ਸਭ ਤੋਂ ਮੋਹਰੇ ਹੁੰਦੇ, ਤੇ ਸਟੇਟ ਪੁੱਛਦੀ ਵੀ ਭਾਈ ਇਹਨਾਂ ਦੇ ਕੋਲ ਤਾਂ ਸਰਟੀਫਿਕੇਟ ਕੋਈ ਨਹੀਂ ਕਿਸੇ ਯੂਨੀਵਰਸਿਟੀ ਦਾ, ਕਿਸੇ ਦੇਸ਼ ਵੱਲੋਂ ਤਿਆਰ ਕੀਤੇ ਹੋਏ ਸਿਲੇਬਸ ਦੀ ਪੜ੍ਹਾਈ ਹੈ ਨਹੀਂ ਇਹਨਾਂ ਦੇ ਕੋਲ, ਪਰ ਇਹਨਾਂ ਦੇ ਕੋਲ ਆਹ ਕੁਛ ਕਿੱਥੋਂ ਆ ਗਿਆ। ਫਿਰ ਅਸੀਂ ਦਾਅਵਾ ਕਰਦੇ ਵੀ ਇਹ ਕੁਛ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਕੋਲ ਲਿਆ, ਸਾਨੂੰ ਸਦੀਆਂ ਪਹਿਲਾਂ ਦੇ ਕੇ ਚਲ ਗਿਆ। ਸਿੱਧੇ ਜਾਏ ਸ਼ਬਦਾਂ 'ਚ ਜਿਹੜੀਆਂ ਹੇਰਾ ਫੇਰੀਆਂ ਹੋਈਆਂ ਸਾਡੀਆਂ ਨਾਲ, ਆ ਕਿੰਨੀ ਵਾਰ ਸਾਡੇ ਪ੍ਰਚਾਰਕਾਂ ਨੇ ਗੁਰੂ ਨਾਨਕ ਪਾਤਸ਼ਾਹ ਵੇਲੇ 20 ਰੁਪਈਏ, ਜਾਣੀ ਜਿੱਥੋਂ ਜਿੱਦਾਂ ਨਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਰਾਗਮਾਲਾ ਆ, ਉੱਥੋਂ ਸਾਫ਼ ਪਤਾ ਲੱਗਦਾ ਵੀ ਮਿਲਾਵਟ ਹੋ ਗਈ। ਕੋਈ ਵੀ ਬੰਦਾ ਉਹਦੀ ਜ਼ਿੰਮੇਵਾਰੀ ਨਹੀਂ ਲੈ ਰਿਹਾ ਵੀ ਹਾਂ ਭਾਈ ਇਹ ਇਸ ਤਰੀਕੇ ਨਾਲ ਹੋਈ, ਤੇ ਉਲਟੇ ਸਵਾਲ ਦੂਜਿਆਂ ਤੇ ਕਰੀ ਜਾਂਦਾ, ਇਦਾਂ ਤੁਸੀਂ ਗਲਤ ਕਿੱਦਾਂ ਕਹਿ ਦਿੱਤਾ, ਗ੍ਰੰਥਾਂ ਨੂੰ ਗਲਤ ਕਿੱਦਾਂ ਕਹਿ ਦਿੱਤਾ। ਹੁਣ ਜਦੋਂ ਗੁਰੂ ਨਾਨਕ ਪਾਤਸ਼ਾਹ ਬਾਰੇ ਅਸੀਂ ਗੱਲ ਕਰਦੇ ਹਾਂ ਵੀ 20 ਰੁਪਈਏ ਦਿੱਤੇ ਗੁਰੂ ਉਹਨਾਂ ਦੇ ਪਿਤਾ ਨੇ, ਤੇ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ਹੈ। ਮਤਲਬ ਕਿੰਨੀ ਕੁ ਪਾਪੂਲੇਸ਼ਨ ਆ ਉਸ ਵੇਲੇ, ਕੀ ਵੈਲਿਊ ਆ। ਮੈਂ ਇੱਕ ਦਿਨ ਬੈਠਾ ਘਰੇ ਵੈਸੇ ਹੀ ਜਰਮਨ ਦੇ ਵਿੱਚ ਇੱਕ ਕਿਸੇ ਕਾਸਲ ਦੇ ਬਾਰੇ, ਕਿਲੇ ਦੇ ਬਾਰੇ ਥੋੜਾ ਜਿਹਾ ਲਿਖਿਆ ਹੋਇਆ ਸੀਗਾ। ਮੈਂ ਉਹਨੂੰ ਦੇਖਦਾ ਮੇਰੇ ਦਿਮਾਗ 'ਚ ਆ ਗਿਆ। ਮੈਂ ਕਿਹਾ ਭਈ ਸਾਡਾ ਲਾਲ ਕਿਲਾ, ਤਾਜ ਮਹਿਲ ਇੰਡੀਆ ਦੇ ਵਿੱਚ ਇੰਨੇ ਪੁਰਾਣੇ ਬਣੇ ਹੋਏ ਆ। ਮੈਂ ਤਾਜ ਮਹਿਲ ਬਾਰੇ ਉੱਥੇ ਪਾ ਦਿੱਤਾ ਤੇ ਉਹ 17ਵੀਂ ਸਦੀ ਦੇ ਵਿੱਚ ਬਣਿਆ, ਤੇ ਕਿੰਨੇ ਬੰਦੇ ਉੱਥੇ ਲੱਗੇ। ਉੱਥੇ ਉਹਨੇ ਫਿਗਰ ਜਿਹੜੀ ਦਿੱਤੀ ਉਹ ਸੀਗੀ 32 ਮਿਲੀਅਨ ਉਸ ਵੇਲੇ। ਉਹ ਤੇ ਇੰਡੀਅਨ ਜਿਹੜੀ ਰੁਪੀਜ਼ ਦੀ ਜਿਹੜੀ ਰੁਪਈਆ ਹੈ ਜਿਹੜਾ ਸਾਡਾ 32 ਮਿਲੀਅਨ ਉਸ ਵੇਲੇ ਦਾ ਖਰਚਾ ਹੈ, ਜਿਹੜਾ ਕਿ 2020 ਦੀ ਉਹ ਨਹੀਂ ਸੀ ਉਹਦੇ ਉੱਤੇ ਪਈ। ਉਹ 2020 ਦੇ ਵਿੱਚ ਜਿਹੜਾ ਅਮਰੀਕਨ 900 ਸਮਥਿੰਗ ਕੁਛ 80 ਕਿੰਨੇ ਉਹਨੇ ਲਿਖਿਆ ਸੀ, ਇੰਨੇ ਮਿਲੀਅਨ ਦੇ ਲਾਗੇ ਬਣਦਾ, ਤੇ ਇੰਡੀਅਨ ਦਾ ਬਣਦਾ 70 ਬਿਲੀਅਨ। 1000 ਮਿਲੀਅਨ ਦਾ 1 ਬਿਲੀਅਨ ਹੁੰਦਾ, ਯਾਨੀ 70,000 ਮਿਲੀਅਨ। 32 ਮਿਲੀਅਨ ਉਦੋਂ ਸੀ ਤੇ 70,000 ਮਿਲੀਅਨ, ਉਹਨੂੰ ਦੇਖ ਲਓ ਕਿੰਨੇ ਗੁਣਾ ਉਹ ਬਣ ਜਾਂਦਾ। ਤੇ ਉਸ ਹਿਸਾਬ ਨਾਲ 1 ਰੁਪਈਏ ਦੀ ਨੇੜੇ ਤੇੜੇ 50,000 ਗੁਣਾ ਮੈਨੂੰ ਲੱਗਦਾ ਬਣ ਜਾਣਾ। ਤੇ 1 ਰੁਪਈਏ ਦੀ ਕੀਮਤ 17ਵੀਂ ਸਦੀ 'ਚ, ਹਾਲਾਂਕਿ ਅਸੀਂ 15ਵੀਂ ਸਦੀ ਦੀ ਗੱਲ ਕਰਦੇ, ਉਹ ਤੋਂ ਵੀ 2 ਸਾਲ ਪਹਿਲਾਂ ਦੀ ਗੱਲ ਕਰਦੇ, 1 ਰੁਪਈਏ ਦੀ ਕੀਮਤ 50,000 ਬਣ ਜਾਣੀ ਤੇ 20 ਦੀ ਬਣ ਜਾਣੀ ਨੇੜੇ ਤੇੜੇ ਮਿਲੀਅਨ ਅੱਜ ਦੇ ਸਮੇਂ 'ਚ। ਮੈਂ ਕੋਈ ਇੰਨਾ ਨਹੀਂ, ਮੈਂ ਫਿਗਰਾਂ 'ਚ ਨਹੀਂ ਪੈਂਦਾ, ਹੋ ਸਕਦਾ ਮੈਂ ਗਲਤ ਹੋਵਾਂ, ਪਰ ਜਿੱਦਾਂ ਉੱਥੇ ਲਿਖਿਆ ਸੀ ਜਾਣੀ ਵੀ ਮੋਟੇ ਹਿਸਾਬ ਨਾਲ ਵੀ ਸਾਨੂੰ ਪਤਾ ਲੱਗ ਜਾਣਾ ਵੀ ਨਹੀਂ ਯਾਰ ਇਦਾਂ ਨਹੀਂ ਹੋ ਸਕਦੀ, ਏਦਾਂ ਕਿੱਦਾਂ ਹੋ ਸਕਦੀ। ਹੁਣ ਵੀ ਅਸੀਂ 40-45 ਸਾਲ ਪਿੱਛੇ ਚੱਲ ਜਾਓ, 50 ਸਾਲ ਪਿੱਛੇ ਚੱਲ ਜਾਓ, ਸਾਫ਼ ਤੁਹਾਨੂੰ ਪਤਾ ਲੱਗ ਜਾਣਾ ਵੀ ਗੁਰਦੁਆਰਿਆਂ 'ਚ ਜਦੋਂ ਜਾਂਦੇ ਸੀ ਲੋਕ, ਜੇ 100 ਜਣਾ ਜਾਂਦਾ ਸੀ ਤਾਂ ਉਹ 'ਚੋਂ 90 ਜਣੇ ਆਟਾ ਜਾਂ ਦਾਣੇ ਉਹ ਲੈ ਕੇ ਜਾਂਦਾ ਸੀ। ਪਿੰਡਾਂ 'ਚ ਗੇੜੀ ਲਾਉਣ ਸਬਜ਼ੀ ਵਾਲੇ ਆਉਂਦੇ ਹੁੰਦੇ ਸੀ। ਮੈਜੋਰਟੀ ਦੇ ਵਿੱਚ ਜਦੋਂ ਲੋਕ ਘਰੇਲੂ ਪਿੰਡਾਂ ਦੇ ਲੋਕ ਸਬਜ਼ੀ ਕੁਝ ਖਰੀਦਦੇ ਸੀ ਤਾਂ ਦਾਣੇ ਦੇ ਕੇ ਖਰੀਦਦੇ ਸੀ। ਹੁਣ ਦੀ ਗੱਲ 50 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਅਸੀਂ। ਜਿਹੜੀਆਂ ਛੋਟੀਆਂ ਗੱਲਾਂ ਆ ਜਿਹੜੀਆਂ ਆਰਾਮ ਦੇ ਨਾਲ ਕੰਡੈਮ ਕੀਤੀਆਂ ਜਾ ਸਕਦੀਆਂ ਵੀ ਨਹੀਂ ਸਾਡਾ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ, ਜਦੋਂ ਉਹਨਾਂ ਨੂੰ ਕੰਡੈਮ ਕਰਨ ਦੀ ਹਿੰਮਤ ਨਹੀਂ ਪਾਲ ਸਕੇ ਤੇ 10 ਗ੍ਰੰਥ ਵਰਗੇ, ਸੂਰਜ ਪ੍ਰਕਾਸ਼ ਵਰਗੇ ਕੋੜ ਕਿੱਦਾਂ ਸਾਡੇ ਤੇ ਲੱਗ ਗਿਆ, ਪਤਾ ਹੀ ਨਹੀਂ ਲੱਗਾ ਸੀ।
ਤੇ ਜਿਹੜਾ ਮੁੱਖ ਕਾਰਨ ਸੀ ਗੁਰੂ ਗ੍ਰੰਥ ਸਾਹਿਬ ਦਾ, ਉਹ ਐਲੀਮੀਨੇਟ ਹੋ ਗਿਆ। ਜਿਹੜੀ ਤਿਆਰੀ ਸੀ, ਜਿਹੜੀ ਤਿਆਰੀ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਕਰਵਾਈ, ਜਿਹੜੀ ਤਿਆਰੀ ਮਾਤਾ ਗੁਜਰੀ ਨੇ ਗੋਬਿੰਦ ਰਾਏ ਦੀ ਕਰਵਾਈ ਹੋਣੀ, ਜਿਹੜੀ ਤਿਆਰੀ ਗੁਰੂ ਅਰਜਨ ਦੇਵ ਜੀ ਨੇ ਹਰਗੋਬਿੰਦ ਪਾਤਸ਼ਾਹ ਦੀ ਕਰਵਾਈ,